ਦੋਸਤੋ ਕੀ ਤੁਸੀਂ ਜਾਣਦੇ ਹੋ ਸੋਨਾ ਸਾਡੀ ਧਰਤੀ ਤੇ ਕਿਵੇਂ ਆਇਆ? ਅੱਜ ਕਿਸ ਦੇਸ਼ ਕੋਲ ਸਭ ਤੋਂ ਜ਼ਿਆਦਾ ਸੋਨਾ ਹੈ? ਕਿ ਇਤਿਹਾਸ ਵਿੱਚ ਕੋਈ ਅਜਿਹੀ ਸੱਭਿਅਤਾ ਵੀ ਹੋਈ ਜਿਸ ਕੋਲ ਪਾਣੀ ਤੋਂ ਵੀ ਜ਼ਿਆਦਾ ਸੋਨਾ ਸੀ? ਦੋਸਤੋ ਜੇ ਤੁਸੀਂ ਇਹ ਸਭ ਨਹੀਂ ਜਾਣਦੇ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖੋ। ਸੋਨੇ ਦੇ ਸੁਨਹਿਰੀ ਇਤਿਹਾਸ ਦੀ ਇਹ ਵੀਡੀਓ ਤੁਹਾਡੀ ਜਾਣਕਾਰੀ ਨੂੰ ਵੀ ਸੁਨਹਿਰਾ ਜ਼ਰੂਰ ਕਰੇਗੀ। ਅੱਜ ਤੋਂ ਲਗਭਗ 5000 ਸਾਲ ਪਹਿਲਾਂ ਮਿਸਰ ਦੇ ਲੋਕਾਂ ਨੇ ਜ਼ਮੀਨ ਦੇ ਵਿੱਚੋਂ ਸੋਨੇ ਨੂੰ ਕੱਢਣਾ ਸ਼ੁਰੂ ਕੀਤਾ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮਨੁੱਖੀ ਜਾਤ ਨੇ 1,85,000 ਟਨ ਸੋਨਾ ਧਰਤੀ ਤੋਂ ਕੱਢਿਆ ਹੈ। ਇਨਸਾਨ ਨੂੰ ਸੋਨਾ ਮਿਲਣ ਤੋਂ ਲੈ ਕੇ ਇਸ ਦੇ ਪਪੂਲਰ ਹੋਣ ਦੀ ਕਹਾਣੀ ਬਹੁਤ ਰੋਚਕ ਹੈ। ਇਸ ਬੇਸ਼ਕੀਮਤੀ ਧਾਤੂ ਨੇ ਅੱਜ ਤੱਕ ਕਿੰਨੀਆਂ ਹੀ ਸਲਤਨਤਾਂ ਖੜੀਆਂ ਕੀਤੀਆਂ ਹਨ ਅਤੇ ਦੂਜੇ ਪਾਸੇ ਕਿੰਨੇ ਹੀ ਤਖਤ ਇਸ ਦੇ ਕਾਰਨ ਮਿੱਟੀ ਵਿੱਚ ਵੀ ਰੁਲੇ ਹਨ। ਆਓ ਦੋਸਤੋ ਹੁਣ ਜਾਣਦੇ ਹਾਂ 골ਡ ਦੇ 골ਡਨ ਇਤਿਹਾਸ ਦੀ ਅਣਕਹੀ ਅਣਸੁਣੀ ਕਹਾਣੀ ਜੋ ਨਾ ਤੁਸੀਂ ਕਦੇ ਪੜ੍ਹੀ ਹੋਵੇਗੀ ਨਾ ਸੁਣੀ ਹੋਵੇਗੀ। ਦੋਸਤੋ ਇਹ ਕੀਮਤੀ ਧਾਤ ਇਨਸਾਨ ਦੇ ਹੱਥ ਲੱਗੀ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਪਿਛਲੇ 4 ਅਰਬ ਸਾਲਾਂ ਤੋਂ ਜਿਵੇਂ-ਜਿਵੇਂ ਸਾਡੀ ਧਰਤੀ ਦਾ ਲਾਵਾ ਠੰਡਾ ਹੋਇਆ ਹੈ, ਉਸੇ ਤਰ੍ਹਾਂ ਧਰਤੀ ਦੀ ਉੱਪਰਲੀ ਸਤ੍ਹਾ ਤੇ ਅਲਮੀਨੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਬਾਹਰ ਆ ਗਏ ਅਤੇ ਲੋਹਾ, ਤਾਂਬਾ, ਮਰਕਰੀ, ਪਲੈਟੀਨਮ ਅਤੇ ਸੋਨੇ ਵਰਗੀਆਂ ਧਾਤਾਂ ਧਰਤੀ ਦੇ ਗਰਭ ਵਿੱਚ ਦਬ ਗਈਆਂ। ਇਹ ਧਾਤਾਂ ਸ਼ਾਇਦ ਧਰਤੀ ਦੇ ਵਿੱਚ ਹੀ ਦਬੀਆਂ ਰਹਿ ਜਾਂਦੀਆਂ, ਪਰ ਚਮਤਕਾਰ ਇਹ ਹੋਇਆ ਸ਼ੁਰੂਆਤੀ ਦੌਰ ਵਿੱਚ ਹੋਣ ਵਾਲੇ ਜਵਾਲਾਮੁਖੀ ਵਿਸਫੋਟਾਂ ਨੇ ਇਹਨਾਂ ਧਾਤਾਂ ਨੂੰ ਲਾਵੇ ਦੇ ਰਾਹੀਂ ਧਰਤੀ ਦੇ ਤਲ ਤੇ ਲਿਆ ਦਿੱਤਾ। ਇਸ ਤਰ੍ਹਾਂ ਸੋਨੇ ਦੇ ਇਹ ਕਣ ਸਾਡੇ ਮਹਾਸਾਗਰਾਂ, ਨਦੀਆਂ ਅਤੇ ਮਿੱਟੀ ਦੇ ਵਿੱਚ ਮਿਲਣ ਲੱਗੇ। ਇਹ ਕੁਝ ਥਾਵਾਂ ਤੇ ਘੱਟ ਅਤੇ ਕੁਝ ਥਾਵਾਂ ਤੇ ਵੱਧ ਮਾਤਰਾ ਵਿੱਚ ਮਿਲਣ ਲੱਗੇ ਅਤੇ ਸੋਨੇ ਦੇ ਕੱਚੇ ਕਣਾਂ ਨੂੰ ਸਾਫ਼ ਕਰਕੇ ਉਹਨਾਂ ਦੇ ਗਹਿਣੇ ਬਣਾਉਣ ਦਾ ਹੁਨਰ ਮਿਸਰ ਦੇ ਵਾਸੀਆਂ ਨੇ ਅੱਜ ਤੋਂ ਲਗਭਗ 5000 ਵਰ੍ਹੇ ਪਹਿਲਾਂ ਸਿੱਖ ਲਿਆ ਸੀ ਅਤੇ ਉਹ ਲੋਕ ਇਹ ਵੀ ਜਾਣ ਗਏ ਸਨ ਇਹ ਧਾਤੂ ਬੇਸ਼ਕੀਮਤੀ ਹੈ। ਇਸੇ ਕਾਰਨ ਮਿਸਰ ਦੇ ਨੌਕਰਾਣੀਆਂ ਨੂੰ ਉਹਨਾਂ ਦੇ ਗਹਿਣਿਆਂ ਦੇ ਸਮੇਤ ਹੀ ਦਫਨ ਕੀਤਾ ਜਾਂਦਾ ਸੀ ਅਤੇ ਮਿਸਰ ਦੇ ਤਾਂ ਰਾਜਿਆਂ ਦੇ ਤਾਬੂਤ ਵੀ ਸੋਨੇ ਦੇ ਬਣਦੇ ਸਨ ਤਾਂ ਜੋ ਉਸ ਸਵਰਗ ਦੇ ਵਿੱਚ ਜਾ ਕੇ ਸੋਨੇ ਦਾ ਆਨੰਦ ਮਾਣ ਸਕਣ। ਅਤੇ ਮਿਸਰ ਦੇ ਲੋਕਾਂ ਦਾ ਇਹੀ ਅੰਧ ਵਿਸ਼ਵਾਸ ਕਾਫੀ ਹੱਦ ਤੱਕ ਮਿਸਰ ਦੀ ਸੱਭਿਅਤਾ ਦੇ ਪਤਨ ਦਾ ਕਾਰਨ ਵੀ ਬਣਿਆ। ਉਸ ਜ਼ਮਾਨੇ ਵਿੱਚ ਕਰੰਸੀ ਦੀ ਥਾਂ ਸੋਨੇ ਦੀ ਵਰਤੋਂ ਹੁੰਦੀ ਸੀ ਅਤੇ ਕਿਸੇ ਵੀ ਰਾਜਾ ਦਾ ਸ਼ਾਸਨ ਅਤੇ ਸੈਨਿਕ ਸ਼ਕਤੀ ਦੋਨੇ ਸੋਨੇ ਦੇ ਉੱਤੇ ਹੀ ਨਿਰਭਰ ਸਨ। ਪਰ ਮਿਸਰ ਦੇ ਲੋਕਾਂ ਦੀਆਂ ਲੋਕ ਪਰਲੋਕ ਦੀਆਂ ਮੰਨਤਾਂ ਦੇ ਚੱਲਦੇ ਮਿਸਰ ਦੇ ਕਈ ਉੱਤਰਾਧਿਕਾਰੀ ਰਾਜਾ ਕੰਗਾਲ ਬਣੇ, ਜਿਸ ਦਾ ਨਤੀਜਾ ਇਹ ਨਿਕਲਿਆ ਈਸਾ ਪੂਰਵ ਸਾਲ 945 ਦੇ ਵਿੱਚ ਮਿਸਰ ਪਹਿਲੀ ਵਾਰ ਕਿਸੇ ਦੂਜੇ ਦੇਸ਼ ਦਾ ਗੁਲਾਮ ਬਣ ਗਿਆ। ਦੋਸਤੋ ਜੇ ਹੁਣ ਮੱਧ ਯੁੱਗ ਦੀ ਗੱਲ ਕਰੀਏ ਤਾਂ ਉਸ ਸਮੇਂ ਅਰਬ ਦੇਸ਼ਾਂ ਅਤੇ ਯੂਰਪ ਦੇ ਵਿੱਚ ਸੋਨੇ ਦੀ ਕਮੀ ਸੀ। ਯੂਰਪ ਦੇ ਲੋਕਾਂ ਨੇ ਆਪਣੇ ਅਲਕਾਮਿਸਟਾਂ ਨੂੰ ਸੋਨਾ ਬਣਾਉਣ ਦੀ ਹਦਾਇਤ ਕੀਤੀ। ਅਲਕਾਮਿਸਟਾਂ ਨੇ ਪਾਰੇ ਨੂੰ ਸੋਨੇ ਵਿੱਚ ਬਦਲਣ ਲਈ ਦਿਨ ਰਾਤ ਇੱਕ ਕਰ ਦਿੱਤਾ। ਕੀ ਤੁਸੀਂ ਸੋਚਿਆ ਹੈ ਪਾਰਾ ਹੀ ਕਿਉਂ? ਕਿਉਂਕਿ ਪ੍ਰਾਚੀਨ ਅਲਕਾਮਿਸਟ ਜਾਣ ਗਏ ਸਨ ਕਿ ਪਾਰੇ ਅਤੇ ਸੋਨੇ ਵਿੱਚ ਸਿਰਫ ਇੱਕ ਹੀ ਇਲੈਕਟ੍ਰੋਨ ਦਾ ਫਰਕ ਹੈ, ਜੋ ਪਾਰੇ ਵਿੱਚ 79 ਅਤੇ ਸੋਨੇ ਵਿੱਚ 80 ਹੁੰਦਾ ਹੈ। ਇਸ ਇੱਕ ਇਲੈਕਟ੍ਰੋਨ ਦੇ ਫਰਕ ਨੂੰ ਮਿਟਾਉਣ ਲਈ ਅਲਕਾਮਿਸਟਾਂ ਨੇ ਦਿਨ ਰਾਤ ਇੱਕ ਕਰ ਦਿੱਤਾ। ਪਰ ਅਲਕਾਮਿਸਟ ਸੋਨਾ ਤਾਂ ਨਾ ਬਣਾ ਸਕੇ, ਪਰ ਉਹਨਾਂ ਨੂੰ ਇੱਕ ਕਾਮਯਾਬੀ ਜ਼ਰੂਰ ਮਿਲੀ ਜੋ ਸੀ ਸਲਫਿਊਰਿਕ ਐਸਿਡ, ਨਾਈਟ੍ਰਿਕ ਐਸਿਡ ਅਤੇ ਹਾਈਡਰੋਕਲੋਰਿਕ ਐਸਿਡ ਦੀ ਖੋਜ, ਜਿਸ ਤੋਂ ਬਿਨਾਂ ਅੱਜ ਦੀ ਉਦਯੋਗਿਕ ਕ੍ਰਾਂਤੀ ਸੰਭਵ ਨਹੀਂ ਸੀ। ਇਹ ਸੋਨੇ ਤੋਂ ਵੀ ਵੱਡੀ ਕਾਮਯਾਬੀ ਸੀ। ਯੂਰਪ ਦੇ ਅਲਕਾਮਿਸਟ ਨਕਲੀ ਸੋਨਾ ਨਾ ਬਣਾ ਸਕੇ, ਪਰ ਦੂਜੇ ਪਾਸੇ ਸਪੇਨ ਅਤੇ ਪੁਰਤਗਾਲ ਦੇ ਲੋਕ ਮੱਧ ਅਤੇ ਦੱਖਣੀ ਅਮਰੀਕਾ ਤੱਕ ਪਹੁੰਚ ਗਏ। ਉੱਥੇ ਉਹਨਾਂ ਨੂੰ ਇੱਕ ਸੱਭਿਅਤਾ ਮਿਲੀ ਜਿਸ ਦਾ ਨਾਂ ਸੀ ਇੱਕਾ ਸੱਭਿਅਤਾ। ਇੱਕਾ ਸੱਭਿਅਤਾ ਕੋਲ ਇੰਨਾ ਸੋਨਾ ਸੀ ਮੰਨੋ ਸੋਨਾ ਨਾ ਹੋਵੇ ਪਾਣੀ ਹੋਵੇ। ਇੱਕਾ ਲੋਕਾਂ ਕੋਲ ਲੋਹਾ ਨਹੀਂ ਸੀ। ਇੱਕਾ ਲੋਕ ਇਹ ਵੀ ਨਹੀਂ ਜਾਣਦੇ ਸਨ ਲੋਹਾ ਕੀ ਹੁੰਦਾ ਹੈ, ਇਸ ਲਈ ਉਹਨਾਂ ਦੇ ਬਰਤਨ ਤਾਂ ਛੱਡੋ, ਉਹਨਾਂ ਦੇ ਕਿੱਲ, ਕੰਘੇ, ਕੜੇ ਅਤੇ ਬੈਠਣ ਉੱਠਣ ਦਾ ਸਾਰਾ ਸਮਾਨ ਸੋਨੇ ਦਾ ਹੀ ਹੁੰਦਾ ਸੀ ਅਤੇ ਸੋਨਾ ਵੀ ਇੰਨਾ ਜੋ ਕਦੇ ਖਤਮ ਨਹੀਂ ਹੋ ਸਕਦਾ ਸੀ। ਪਰ ਯੂਰਪ ਦੇ ਲੁਟੇਰਿਆਂ ਨੇ ਸੋਨੇ ਦੇ ਲਾਲਚ ਵਿੱਚ ਚੱਲਦੇ ਇੱਕਾ ਸੱਭਿਅਤਾ ਦਾ ਨਾਸ਼ ਕਰ ਦਿੱਤਾ। ਇੰਨਾ ਹੀ ਨਹੀਂ, ਦੱਖਣੀ ਅਮਰੀਕਾ ਦੀ ਮਸ਼ਹੂਰ ਆਜ਼ਟੇਕੀ ਸੱਭਿਅਤਾ ਦਾ ਨਾਸ਼ ਵੀ ਸੋਨੇ ਦੇ ਕਾਰਨ ਹੀ ਹੋਇਆ ਅਤੇ ਇਹਨਾਂ ਲੁਟੇਰਿਆਂ ਨੇ ਇਹ ਸਾਰਾ ਸੋਨਾ ਯੂਰਪ ਦੇ ਵਿੱਚ ਭਿਜਵਾ ਦਿੱਤਾ। ਇੱਥੋਂ ਯੂਰਪ ਦੀ ਆਰਥਿਕ ਤਰੱਕੀ ਸ਼ੁਰੂ ਹੋਈ। ਬੜੇ ਅਫਸੋਸ ਦੀ ਗੱਲ ਹੈ ਯੂਰਪ ਦੀ ਇਹ ਆਰਥਿਕ ਤਰੱਕੀ ਲੁੱਟ ਦੇ ਮਾਲ ਤੋਂ ਸ਼ੁਰੂ ਹੋਈ ਸੀ। ਉਸ ਤੋਂ ਬਾਅਦ 24 ਜਨਵਰੀ 1848 ਦੇ ਦਿਨ ਜੇਮਸ ਮਾਰਸ਼ਲ ਨਾਂ ਦੇ ਇੱਕ ਵਿਅਕਤੀ ਨੂੰ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਵਿੱਚ ਉੱਥੋਂ ਦੀ ਨਦੀ ਦੇ ਵਿੱਚੋਂ ਰੇਤ ਵਿੱਚੋਂ ਸੋਨੇ ਦੇ ਕਣ ਮਿਲੇ ਅਤੇ ਦੇਖਦੇ ਹੀ ਦੇਖਦੇ ਇਸ ਨਦੀ ਦੇ ਕਿਨਾਰੇ 50,000 ਦੀ ਆਬਾਦੀ ਵਾਲਾ ਯੇਰਵਾਬਿਓਨੇ ਨਾਂ ਦਾ ਸ਼ਹਿਰ ਵਸ ਗਿਆ ਅਤੇ ਇੱਥੇ ਸੋਨੇ ਦੀ ਖੁਦਾਈ ਸ਼ੁਰੂ ਹੋ ਗਈ। ਇਸ ਤਰ੍ਹਾਂ ਸੋਨੇ ਦੇ ਭੰਡਾਰ ਅਮਰੀਕਾ ਵਿੱਚ ਵਧਣ ਲੱਗ ਗਏ। ਉਸ ਤੋਂ ਬਾਅਦ ਸਾਈਬੇਰੀਆ ਵਿੱਚ ਸੋਨੇ ਦੇ ਕਣ ਮਿਲਣ ਦੇ ਕਾਰਨ ਰਸ਼ੀਆ ਵੀ ਸੋਨੇ ਨਾਲ ਮਾਲੋ-ਮਾਲ ਹੋ ਗਿਆ ਅਤੇ ਦੱਖਣੀ ਅਫਰੀਕਾ ਵਿੱਚ ਸੋਨੇ ਦੀਆਂ 5 ਖਦਾਨਾਂ ਮਿਲਣ ਦੇ ਕਾਰਨ ਦੱਖਣੀ ਅਫਰੀਕਾ ਵੀ ਅਮੀਰ ਹੋ ਗਿਆ ਅਤੇ ਦੂਜੇ ਪਾਸੇ ਬ੍ਰਿਟੇਨ ਨੇ ਕਾਮਨਵੈਲਥ ਦੇਸ਼ਾਂ ਦੇ ਵਿੱਚ ਲੁੱਟ ਮਚਾ ਕੇ ਉੱਥੋਂ ਦਾ ਸਾਰਾ ਸੋਨਾ ਹਾਸਲ ਕਰ ਲਿਆ। ਤਾਂ ਇਸੇ ਤਰ੍ਹਾਂ ਸੋਨੇ ਦੇ ਕੁਬੇਰ ਭੰਡਾਰ ਕਹੇ ਜਾਣ ਵਾਲੇ ਆਧੁਨਿਕ ਸੱਭਿਅਕ ਦੇਸ਼ਾਂ ਦੇ ਕੋਲ ਸੋਨਾ ਪਹੁੰਚਿਆ। ਦੋਸਤੋ ਅਗਰ ਸੋਨੇ ਦੀ ਕੀਮਤ ਦੀ ਗੱਲ ਕਰੀਏ, ਸੋਨੇ ਦੀ ਕੀਮਤ ਹਮੇਸ਼ਾ ਕੈਰਟ ਦੇ ਵਿੱਚ ਤੈਅ ਹੁੰਦੀ ਹੈ। ਜੇ ਸੋਨਾ 8 ਜਾਂ 9 ਕੈਰਟ ਦਾ ਹੋਵੇ ਇਸ ਨੂੰ ਸੋਨਾ ਨਹੀਂ ਮੰਨਿਆ ਜਾਂਦਾ।
ਸੋਨੇ ਨੂੰ ਸੋਨਾ ਮੰਨਣ ਲਈ 10 ਜਾਂ 10 ਤੋਂ ਵੱਧ ਕੈਰਟ ਦਾ ਹੋਣਾ ਜ਼ਰੂਰੀ ਹੈ। ਜੇ ਸੋਨੇ ਦੇ ਗਹਿਣਿਆਂ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ 14 ਕੈਰਟ ਦੀ ਜੁਐਲਰੀ ਬਣਦੀ ਹੈ। ਯੂਰਪ ਵਿੱਚ 18 ਕੈਰਟ ਦਾ ਰਿਵਾਜ ਹੈ। ਅਰਬ ਦੇਸ਼ਾਂ ਵਿੱਚ 21 ਕੈਰਟ ਅਤੇ ਸਾਡੇ ਦੇਸ਼ ਭਾਰਤ ਵਿੱਚ 22 ਕੈਰਟ ਦੇ ਗਹਿਣੇ ਬਣਦੇ ਹਨ। ਪਰ ਸਾਡੇ ਦੇਸ਼ ਵਿੱਚ ਬਿਹਾਰ ਅਤੇ ਉੜੀਸਾ ਦੇ ਵਿੱਚ ਕੁਝ ਲੋਕ 24 ਕੈਰਟ ਦੇ ਗਹਿਣੇ ਪਾਉਣਾ ਪਸੰਦ ਕਰਦੇ ਹਨ। 24 ਕੈਰਟ ਦੇ ਗਹਿਣੇ ਆਮ ਤੌਰ ਤੇ ਨਰਮ ਹੁੰਦੇ ਹਨ। ਕੁਝ ਸਮਾਂ ਪਾਉਣ ਤੋਂ ਬਾਅਦ ਇਹ ਮੁੜ ਜਾਂਦੇ ਹਨ ਅਤੇ 4-5 ਸਾਲਾਂ ਬਾਅਦ ਇਹਨਾਂ ਨੂੰ ਦੁਬਾਰਾ ਬਣਾਉਣ ਦੀ ਨੌਬਤ ਵੀ ਆ ਜਾਂਦੀ ਹੈ। ਪਰ ਫਿਰ ਵੀ ਬਿਹਾਰ ਅਤੇ ਉੜੀਸਾ ਦੇ ਇਹਨਾਂ ਲੋਕਾਂ ਨੂੰ 24 ਕੈਰਟ ਦੇ ਗਹਿਣੇ ਪਾਉਣ ਦਾ ਸ਼ੌਂਕ ਹੈ। ਸ਼ਾਇਦ ਇਹੀ ਕਾਰਨ ਹੈ ਵਿਸ਼ਵ ਦਾ ਸਭ ਤੋਂ ਵੱਧ ਸੋਨਾ ਅੱਜ ਭਾਰਤ ਦੇ ਕੋਲ ਹੈ। ਇਹ ਕਿਸੇ ਸਰਕਾਰੀ ਤਿਜੋਰੀ ਵਿੱਚ ਨਹੀਂ, ਪਰ ਜੇ ਭਾਰਤ ਦੇ ਲੋਕਾਂ ਦੇ ਕੋਲ ਰੱਖੇ ਸੋਨੇ ਦੇ ਭੰਡਾਰ ਦੀ ਗੱਲ ਕਰੀਏ ਤਾਂ ਦੁਨੀਆ ਦਾ ਕੋਈ ਵੀ ਦੇਸ਼ ਸਾਡੇ ਅੱਗੇ ਨਹੀਂ ਟਿਕ ਸਕਦਾ। ਪਰ ਤੁਸੀਂ ਕਦੇ ਸੋਚਿਆ ਹੈ ਇੰਨਾ ਸੋਨਾ ਭਾਰਤ ਵਿੱਚ ਆਇਆ ਕਿੱਥੋਂ? ਦੋਸਤੋ, ਸਦੀਆਂ ਤੋਂ ਹੀ ਸਾਡੇ ਵਪਾਰੀ ਸਾਡੇ ਮਸਾਲੇ, ਕੱਪੜਾ, ਕਲਾਕ੍ਰਿਤੀਆਂ ਨੂੰ ਵਿਦੇਸ਼ਾਂ ਵਿੱਚ ਵੇਚਦੇ ਰਹੇ ਹਨ। ਉਸ ਸਮੇਂ ਦੀਆਂ ਇਹ ਵਸਤਾਂ ਅੱਜ ਦੇ ਪੈਟਰੋਲ ਡੀਜ਼ਲ ਤੋਂ ਕਿਤੇ ਵੱਧ ਕੀਮਤੀ ਹੁੰਦੀਆਂ ਸਨ ਅਤੇ ਇਹਨਾਂ ਦੇ ਵਪਾਰ ਦੇ ਬਦਲੇ ਭਾਰਤ ਵਿੱਚ ਵਿਦੇਸ਼ਾਂ ਤੋਂ ਸਦੀਆਂ ਤੋਂ ਸੋਨਾ ਆ ਰਿਹਾ ਹੈ। ਦੁਨੀਆ ਭਰ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਭਾਰਤ ਦੇ ਲੋਕਾਂ ਕੋਲ ਘੱਟੋ-ਘੱਟ 10,000 ਟਨ ਸੋਨਾ ਹੈ। ਅਤੇ ਦੋਸਤੋ, ਜੇ ਤੁਹਾਡੇ ਕੋਲ ਹੁਣ ਥੋੜਾ ਜਿਹਾ ਸਮਾਂ ਹੈ ਤਾਂ ਇਸ 10,000 ਟਨ ਨੂੰ ਗ੍ਰਾਮਾਂ ਵਿੱਚ ਕਨਵਰਟ ਕਰੋ ਅਤੇ ਉਸ ਨੂੰ ਅੱਜ ਦੇ ਸੋਨੇ ਦੇ ਭਾਅ ਨਾਲ ਗੁਣਾ ਕਰੋ। ਦੋਸਤੋ, ਸਿਰਫ ਇੰਨੇ ਰੁਪਈਆਂ ਦਾ ਸੋਨਾ ਹੈ ਭਾਰਤ ਦੇ ਲੋਕਾਂ ਦੇ ਕੋਲ। ਜੇ ਇਹ ਖਤਰਨਾਕ ਅੰਕੜਾ ਤੁਹਾਨੂੰ ਮਿਲ ਜਾਵੇ, ਉਸ ਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ।